So, students, our today's topic of discussion is oxidation and reduction. So, this chapter is from inorganic chemistry. ਸੋ ਆਕਸੀਡੇਸ਼ਨ ਐਂਡ ਰਿਡਕਸ਼ਨ ਵਾਲੀਆਂ ਰਿਐਕਸ਼ਨਸ ਨੇ ਰਾਜੇ ਉਹ ਆਪਣੀਆਂ ਡੇ ਟੂ ਡੇ ਲਾਈਫ ਦੇ ਵਿੱਚ ਆਪਾਂ ਦੇਖਦੇ ਹਾਂ ਫॉर एग्जांपल ਰਸਟਿੰਗ ਆਫ ਆਇਰਨ ਆਰਟੀਕਲ ਫੇਡਿੰਗ ਆਫ ਕਲਰ of our cloths and digestion of food in our body. They are common examples of oxidation and reduction reactions. So the basic principle of redox reaction is that in these reactions there is a transfer of electrons from one species to another. Means is ਦੇ ਵਿੱਚ electron ਦਾ transfer ਹੁੰਦਾ, that's why they are known as redox reactions. Oxidation and reduction reaction ਨੂੰ earlier view ਦੇ ਵਿੱਚ explain ਕੀਤਾ ਜਾਂਦਾ ਸੀ. Oxidation is defined as addition of oxygen or removal of hydrogen, while reduction is defined as addition of hydrogen or removal of oxygen. ਇਹਨਾਂ ਦੀਆਂ ਰਿਸਪੈਕਟਿਵ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ. ਲਾਈਕ ਫਸਟ ਐਗਜ਼ਾਮਪਲ ਦੇ ਵਿੱਚ ਕੀ ਹੋ ਰਿਹਾ, ਐਡੀਸ਼ਨ ਆਫ ਆਕਸੀਜਨ. ਸੈਕਿੰਡ ਦੇ ਵਿੱਚ ਕੀ ਹੋ ਰਿਹਾ, ਰਿਮੂਵਲ ਆਫ ਹਾਈਡਰੋਜਨ. ਸੋ ਫਸਟ ਐਂਡ ਸੈਕਿੰਡ ਰਿਐਕਸ਼ਨਸ ਆਰ ਆਕਸੀਡੇਸ਼ਨ ਰਿਐਕਸ਼ਨਸ. ਸਿਮਿਲਰਲੀ ਥਰਡ ਐਂਡ ਫੋਰਥ ਦੇ ਵਿੱਚ ਰਿਵਰਸ ਹੋਏਗਾ, ਐਡੀਸ਼ਨ ਆਫ ਹਾਈਡਰੋਜਨ, ਰਿਮੂਵਲ ਆਫ ਆਕਸੀਜਨ. ਸੋ ਦੇ ਆਰ ਰਿਡਕਸ਼ਨ ਰਿਐਕਸ਼ਨਸ. But this is not so much important concept to explain the oxidation and reduction reactions. So now the concept which is used is the electronic concept. According to this concept, oxidation is a process which involves loss of electron by an atom or group of atoms. As a result, loss of electron, there is increase in a positive charge or decrease in negative charge on the atom or ion undergoing oxidation. So ਤੁਸੀਂ ਸਿੰਪਲੀ ਸਮਝੋ ਰਾਜੇ, ਆਕਸੀਡੇਸ਼ਨ ਦਾ ਮਤਲਬ ਇਲੈਕਟ੍ਰੋਨ ਦਾ ਕੀ ਹੋ ਰਿਹਾ, ਲਾਸ ਹੋ ਰਿਹਾ. ਐਂਡ ਵੀ ਆਲ ਨੋ ਕਿ ਇਲੈਕਟ੍ਰੋਨ 'ਤੇ ਕੀ ਹੁੰਦਾ, ਨੈਗੇਟਿਵ ਚਾਰਜ. ਹੁਣ ਨੈਗੇਟਿਵ ਚਾਰਜ ਦਾ ਲਾਸ ਹੋ ਰਿਹਾ, ਇਹਦਾ ਮਤਲਬ ਉੱਥੇ ਨੈਗੇਟਿਵ ਚਾਰਜ ਕੀ ਹੋਊਗਾ, ਡਿਕਰੀਜ਼ ਹੋਊਗਾ, ਐਂਡ ਪੋਜ਼ੀਟਿਵ ਚਾਰਜ ਕੀ ਹੋਊਗਾ, ਇੰਕਰੀਜ਼ ਹੋਊਗਾ. ਸੋ ਇਹਨਾਂ ਸਾਰੀਆਂ ਐਗਜ਼ਾਮਪਲਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪੋਜ਼ੀਟਿਵ ਚਾਰਜ ਕੀ ਹੋ ਰਿਹਾ, ਇੰਕਰੀਜ਼ ਹੋ ਗਿਆ. ਲਾਈਕ ਫਸਟ ਦੇ ਵਿੱਚ ਦੇਖੋ 0 ਤੋਂ +1 'ਚ ਕਨਵਰਟ ਹੋ ਗਿਆ. ਸੈਕਿੰਡ ਦੇ ਵਿੱਚ 0 ਤੋਂ +2 ਦੇ ਵਿੱਚ ਕਨਵਰਟ ਹੋ ਗਿਆ. ਥਰਡ ਦੇ ਵਿੱਚ ਦੇਖੋ +2 ਦੇ ਵਿੱਚੋਂ +4 ਦੇ ਵਿੱਚ ਕਨਵਰਟ ਹੋ ਗਿਆ. ਮੀਨਸ ਚਾਹੇ ਇਸ ਸਾਈਡ ਨਿਊਟਰਲ ਮੋਲੀਕਿਊਲਸ ਨੇ, ਚਾਹੇ ਪੋਜ਼ੀਟਿਵਲੀ ਚਾਰਜ ਨੇ, ਹਮੇਸ਼ਾ ਕਨਵਰਟ ਹੋਣਗੇ ਪੋਜ਼ੀਟਿਵਲੀ ਚਾਰਜਡ ਆਇਨਸ ਦੇ ਵਿੱਚ. ਠੀਕ ਹੈ, ਮਤਲਬ ਪੋਜ਼ੀਟਿਵ ਚਾਰਜ ਇਹਨਾਂ ਸਭ ਰਿਐਕਸ਼ਨਸ ਦੇ ਵਿੱਚ ਕੀ ਹੋ ਰਿਹਾ, ਇਨਕਰੀਜ਼ ਹੋ ਰਿਹਾ, ਵੱਧ ਰਿਹਾ. ਸੈਕਿੰਡ ਹੈ ਨੈਗੇਟਿਵ ਚਾਰਜ ਦਾ ਡਿਕਰੀਜ਼ ਹੋਣਾ. ਲਾਈਕ ਇੱਥੇ -1 ਚਾਰਜ, ਇੱਥੇ ਕੀ ਹੋ ਗਿਆ, 0. ਫਸਟ ਰਿਐਕਸ਼ਨ ਦੇ ਵਿੱਚ -1 ਤੋਂ 0. ਸੈਕਿੰਡ ਦੇ ਵਿੱਚ ਦੇਖੋ -2 ਤੋਂ ਲੈ ਕੇ 0. ਮਤਲਬ ਨੈਗੇਟਿਵ ਚਾਰਜ ਇੱਧਰ ਹੈਗਾ, ਇੱਧਰ ਨਹੀਂ ਹੈਗਾ. ਮਤਲਬ ਨੈਗੇਟਿਵ ਚਾਰਜ ਕੀ ਹੋ ਗਿਆ, ਡਿਕਰੀਜ਼ ਹੋ ਗਿਆ. ਸੋ ਇਹ ਸਾਰਾ ਸੀਗਾ ਆਕਸੀਡੇਸ਼ਨ ਪ੍ਰੋਸੈਸ ਅਕੋਰਡਿੰਗ ਟੂ ਇਲੈਕਟ੍ਰੋਨਿਕ. ਨਾਓ ਰਿਡਕਸ਼ਨ ਪ੍ਰੋਸੈਸ ਇਜ਼ ਜਸਟ ਰਿਵਰਸ ਹੋਏਗਾ, which involves gain of electron by an atom or group of atom. ਹੁਣ ਇਲੈਕਟ੍ਰੋਨ ਦਾ ਗੇਨ ਹੋ ਰਿਹਾ, ਇਸ ਕਰਕੇ ਇੱਥੇ ਨੈਗੇਟਿਵ ਚਾਰਜ ਕੀ ਹੋ ਜਾਊਗਾ, ਇੰਕਰੀਜ਼ ਹੋ ਜਾਊਗਾ, ਐਂਡ ਪੋਜ਼ੀਟਿਵ ਚਾਰਜ ਕੀ ਹੋ ਜਾਊਗਾ, ਡਿਕਰੀਜ਼ ਹੋ ਜਾਊਗਾ. ਲਾਈਕ ਇਹ ਸਾਰੀਆਂ ਰਿਐਕਸ਼ਨਸ ਦੇਖੋ ਜੇ ਤੁਸੀਂ, ਇਹਨਾਂ ਦੇ ਵਿੱਚ ਪੋਜ਼ੀਟਿਵ ਚਾਰਜ ਡਿਕਰੀਜ਼ ਹੋ ਗਿਆ. ਲਾਈਕ ਦੇਖੋ ਇੱਥੇ ਕੀ ਆ, +3 ਚਾਰਜ ਕਿਹਦੇ ਵਿੱਚ ਕਨਵਰਟ ਹੋ ਗਿਆ, +2. ਚਾਹੇ ਪੋਜ਼ੀਟਿਵ ਦਾ ਪੋਜ਼ੀਟਿਵ ਚਾਰਜ ਹੀ ਰਿਹਾ, ਲੇਕਿਨ ਪੋਜ਼ੀਟਿਵ ਚਾਰਜ ਤਾਂ ਕੀ ਹੋ ਰਿਹਾ, ਡਿਕਰੀਜ਼, ਕਿਉਂਕਿ ਪਹਿਲਾਂ +3 ਸੀ, ਫਿਰ ਕਿਹਦੇ ਵਿੱਚ ਕਨਵਰਟ ਹੋ ਗਿਆ, +2. ਉਸ ਤੋਂ ਬਾਅਦ ਜਾਂ ਫਿਰ ਇਹਨਾਂ ਦੇ ਵਿੱਚ ਨੈਗੇਟਿਵ ਚਾਰਜ ਕੀ ਹੋਊਗਾ, ਇੰਡਿਊਸ ਹੋਊਗਾ. ਅਗਰ ਨਿਊਟਰਲ ਐਟਮ ਹੈ ਇਨੀਸ਼ੀਅਲੀ, ਉਹਨੇ ਇਲੈਕਟ੍ਰੋਨ ਗੇਨ ਕੀਤੇ ਤਾਂ ਉਹ ਕਨਵਰਟ ਹੋਊਗਾ ਨੈਗੇਟਿਵ ਚਾਰਜ ਦੇ ਵਿੱਚ. ਉਸ ਤੋਂ ਬਾਅਦ ਹੈ ਇੱਥੇ ਨੈਗੇਟਿਵ ਚਾਰਜ ਕੀ ਹੋ ਰਿਹਾ, ਇੰਕਰੀਜ਼. ਜਿਵੇਂ ਇੱਥੇ -1 ਹੈ, ਇੱਥੇ ਕੀ ਹੋ ਗਿਆ, -2. ਓਕੇ, ਸੋ ਦਿਸ ਇਜ਼ ਆਲ ਅਬਾਊਟ ਰਿਡਕਸ਼ਨ. next is electron transfer reactions. So as we already studied कि oxidation ਦੇ ਵਿੱਚ electron ਦਾ loss ਹੁੰਦਾ, reduction ਦੇ ਵਿੱਚ electron ਦਾ gain ਹੁੰਦਾ. ਹੁਣ ਇੱਕ particular reaction ਚੱਲ ਰਹੀ ਹੈ ਜਿਹਦੇ ਵਿੱਚ electron ਦਾ transfer ਹੁੰਦਾ. So ਉਸ ਦੇ ਵਿੱਚ ਉਹ ਵਾਲੀ species which loss electron, it is said to be oxidized, and the species which gain electron is said to be reduced. Therefore this reaction is electron transfer reaction, because ਇਸ ਦੇ ਵਿੱਚ electron transfer ਹੋ ਰਿਹਾ from the substance which is oxidized to a substance which is reduced. But ਇਸ ਦੇ ਵਿੱਚ there cannot be net
loss or gain of electron, because ਇਸ ਦੇ ਵਿੱਚ ਇੱਕ ਸਪੀਸੀਜ਼ ਨੇ ਇਲੈਕਟ੍ਰੋਨ ਦਾ loss ਕੀਤਾ ਬਟ ਦੂਸਰੀ ਨੇ ਇਲੈਕਟ੍ਰੋਨ ਦਾ ਕੀ ਕੀਤਾ, ਗੇਨ ਕੀਤਾ। ਇਹ ਜਿਹੜੇ ਬੋਥ ਚੇਂਜਿਸ ਨੇ, ਇਲੈਕਟ੍ਰੋਨ ਦਾ ਗੇਨ ਹੋਣਾ ਤੇ ਇਲੈਕਟ੍ਰੋਨ ਦਾ loss ਹੋਣਾ, ਇਹ ਕੀ ਚੱਲਣਗੇ ਰਾਜੇ, ਸਾਈਡ ਬਾਏ ਸਾਈਡ ਚੱਲਣਗੇ। ਓਕੇ, ਗੋ हैंड इन हैंड। मतलब सिंपल जी गल आ, कोई रिएक्शन हो रही है उस वन स्पीसीज़ की करूगा, ऑक्सीडाइज करूगा, इलैक्ट्रॉन का लॉस करूगा, एंड सैकेंड स्पीसीज़ की होगा, इलैक्ट्रॉन का गेन करूगा। जिवें ए वाली रिएक्शन है मैगनीशियम ऑक्सीजन दे नाल रिएक्ट कर रहा तो इत्थे फॉर्मेशन हो रही है मैगनीशियम ऑक्साइड की। इस पर्टिकुलर एग्जाम्पल्स दे विच देखो मैगनीशियम चेंज हो रहा +2 दे विच बाय लॉसिंग 2 इलैक्ट्रॉन। हुण ये कह रहे हैं कि जिहड़े 2 इलैक्ट्रॉन मैगनीशियम ने लॉस कीती वो कित्थे गए, तो इस पर्टिकुलर रिएक्शन दे विच मैगनीशियम ने इलैक्ट्रॉन का लॉस किया तो ऑक्सीजन ने वो इलैक्ट्रॉन की कर ले, गेन कर ले, तो ऑक्सीजन कन्वर्ट हो गया O2 नैगेटिव दे विच। जिद्दां ये रिएक्शन है, सो इनू ये सारी रिएक्शन एक्सप्लेन कर रही है, जिहड़ा मैं प्रोसैस कह रही हाँ। मैगनीशियम ने इलैक्ट्रॉन नू की कीता, लॉस किया, ऑक्सीजन ने इलैक्ट्रॉन नू की कीता, गेन किया। Oxygen has gained electron only if there is another substance which can donate electron. That is, reduction can occur only if oxidation is occurring side by side and vice versa. Means किया कल्ला ऑक्सीडेशन नहीं हो सकता, कल्ली रिडक्शन नहीं हो सकती, दोनों प्रोसेसिस साइड बाय साइड चलने चाहिए। Now एक concept of oxidizing agent and reducing agent. Oxidizing agent is a substance which can accept one or more electron. एंड इस पर्टिकुलर एग्जाम्पल्स दे विच देखो इलैक्ट्रॉन एक्सेप्ट कौन कर रहा, ऑक्सीजन कर रहा ना, ऑक्सीजन। सो इत्थे ऑक्सीजन की है रजे, ऑक्सीडाइजिंग एजेंट। सो ऑक्सीडाइजिंग एजेंट की होणगे, जिहड़े दूसरिਆਂ ਨੂੰ ऑक्सीडाइज करनगे, खुद की करनगे, इलैक्ट्रॉन ਨੂੰ एक्सेप्ट करनगे, मीनस खुद ही उन्हां दी की होगी, रिडक्शन होएगी। सिमिलरली है रिड्यूसिंग एजेंट, ਜਿਹੜੇ ਦੂਸਰਿਆਂ ਨੂੰ ਰਿਡਿਊਸ ਕਰਨਗੇ, ਖੁਦ ਇਲੈਕਟ੍ਰੋਨ ਨੂੰ ਡੋਨੇਟ ਕਰਨਗੇ, ਇਲੈਕਟ੍ਰੋਨ ਨੂੰ ਲੌਸ ਕਰਨਗੇ। ਸੋ ਇੱਥੇ ਮੈਗਨੀਸ਼ੀਅਮ ਨੇ ਇਲੈਕਟ੍ਰੋਨ ਨੂੰ ਲੌਸ ਕੀਤੇ ਸੀ, ਸੋ ਮੈਗਨੀਸ਼ੀਅਮ ਕੀ ਆ, ਰਿਡਿਊਸਿੰਗ ਏਜੰਟ, ਆਕਸੀਜਨ ਕੀ ਆ, ਆਕਸੀਡਾਈਜ਼ਿੰਗ ਏਜੰਟ। ਇੱਕ ਹੋਰ ਐਗਜ਼ਾਮਪਲ ਦਿੱਤੀ ਹੋਈ ਆ, ਇੱਥੇ ਆਇਓਡਾਈਡ ਨੇ ਇਲੈਕਟ੍ਰੋਨ ਲੌਸ ਕੀਤੇ, ਕਲੋਰੀਨ ਨੇ ਇਲੈਕਟ੍ਰੋਨ ਗੇਨ ਕੀਤੇ। ਸੋ ਕੀ ਹੋ ਰਿਹਾ ਰਾਜੇ, ਇੱਥੇ ਆਕਸੀਡਾਈਜ਼ਿੰਗ ਏਜੰਟ ਕੌਣ ਹੋ ਗਿਆ, ਆਕਸੀਡਾਈਜ਼ਿੰਗ ਏਜੰਟ which oxidizes others. So this one is oxidizing agent. So ਹੁਣ ਇਹ ਸਾਰੇ processes ਨੂੰ ਸਮਰ ਅਪ ਕੀਤਾ ਹੋਇਆ। ਦਿਸ ਇਜ਼ ਈ ਵੈਰੀ ਇੰਪੋਰਟੈਂਟ ਚਾਰਟ ਜਿਹੜਾ ਆਪਾਂ ਸਾਰਾ ਕਰ ਚੁੱਕੇ, ਇਹਨੂੰ ਧਿਆਨ ਦੇ ਨਾਲ ਜਿਹੜਾ ਤੁਸੀਂ ਉਹ ਸਟੱਡੀ ਕਰ ਲੈਣਾ। ਮੀਨਸ ਰਿਡਿਊਸਿੰਗ ਏਜੰਟ ਦੀ ਜਦੋਂ ਆਕਸੀਡੇਸ਼ਨ ਹੁੰਦੀ ਆ ਉਹ ਕਨਵਰਟ ਹੁੰਦਾ ਆਕਸੀਡਾਈਜ਼ਿੰਗ ਏਜੰਟ ਤੇ ਇਲੈਕਟ੍ਰੋਨ ਦੇ ਵਿੱਚ। ਠੀਕ ਹੈ, ਜਿਵੇਂ ਤੁਸੀਂ ਕੋਈ एग्जाम्पल ਲੈ ਲਓ, सल्फर है -2 चार्ज है, वो कन्वर्ट हो गया न्यूट्रल दे विच +2 इलैक्ट्रॉन। हुण इहने की कीता, इलैक्ट्रॉन का लॉस किया, इहदी की हो रही है ऑक्सीडेशन, इहनूं की कह सकते हैं आपां, रिड्यूसिंग एजेंट। इहने की कीता, इलैक्ट्रॉन, ये की हो गया, मतलब अगर यही रिड्यूसिंग एजेंट है तो ये की हो गया, ऑक्सीडाइजिंग एजेंट। ओके, सिमिलरली जिंक कॉपर वाली रिएक्शन आपां कीती हुई आ इलैक्ट्रोकैमिस्ट्री दे विच, जिंक प्लस कॉपर सल्फेट, इट फॉर्म्स जिंक सल्फेट एंड कॉपर। सो इत्थे जिंक +2 कन्वर्ट हो रहा एंड कॉपर +2 तो न्यूट्रल दे विच कन्वर्ट हो रहा, तो इत्थे जिंक दी की होगी ऑक्सीडेशन एंड कॉपर दी की होगी रिडक्शन। सो this is all about, and the last concept of our today's lecture is oxidation number. oxidation number की ਹੁੰਦਾ ਰਾਜੇ, ਹੁਣ ਆਪਣੇ ਕੋਲ ਰਿਐਕਸ਼ਨਸ ਆਇਨਿਕ ਵੀ ਹੋ ਸਕਦੀਆਂ ਨੇ ਐਂਡ ਕੋਵਲੈਂਟ ਵੀ ਹੋ ਸਕਦੀਆਂ। ਸੋ ਦੋਨੋਂ ਟਾਈਪ ਦੀਆਂ ਰਿਐਕਸ਼ਨਸ ਦੇ ਵਿੱਚ ਆਪਾਂ ਅਗਰ ਉਹਨਾਂ ਦਾ ਚਾਰਜ ਨੂੰ ਐਕਸਪਲੇਨ ਕਰਨਾ ਤਾਂ that is explained by the oxidation number. So the charge which an atom appear to have when all other atom are removed from it as ions. मीनस अगर कोई कंपाउंड है उस दे विच अगर आपां एक सिंगल एटम ते चार्ज देखना, बाकी सारे एटम्स नूं हटा के तां उहनूं आपां की कहांगे ऑक्सीडेशन नंबर। ओके,
ਹੁਣ ਇਹਦੇ ਵਿੱਚ ਫਰਦਰ ਦੋ ਆ ਕੰਸੈप्ट ਇੰਪੋਰਟੈਂਟ ਨੇ ਕਿ ਅਗਰ ਇਲੈਕਟ੍ਰੋਨ ਸ਼ੇਅਰ ਹੋ ਰਿਹਾ ਬਿਟਵੀਨ ਟੂ ਲਾਈਕ ਐਟਮ ਆਰ ਡਿਵਾਈਡਡ ਇਕੁਅਲੀ ਬਿਟਵੀਨ ਸ਼ੇਅਰਡ ਐਟਮ। ਮਤਲਬ ਸਿੰਪਲ ਹੈ, ਤੁਸੀਂ ਐਗਜ਼ਾਮਪਲਸ ਤੋਂ ਤੁਹਾਨੂੰ ਕਲੀਅਰ ਹੋ ਜਾਊਗਾ। ਜਿਵੇਂ ਦੇਖੋ ਦੋਨੋਂ ਹਾਈਡਰੋਜਨਸ ਨੇ, ਦੋਨਾਂ ਦੇ ਵਿੱਚ ਜਿਵੇਂ ਬੌਂਡ ਬਣਦਾ ਇੱਦਾਂ, ਮਤਲਬ ਦੋ ਇਲੈਕਟ੍ਰੋਨ ਨੇ ਅਤੇ ਉਹ ਦੋਨਾਂ ਦੁਆਲੇ ਇਕੁਅਲੀ ਕੀ ਹੋਣਗੇ, ਸ਼ੇਅਰਡ ਇਕੁਅਲੀ ਬਿਟਵੀਨ ਟੂ ਹਾਈਡਰੋਜਨ ਐਟਮ। ਸੋ ਇੱਕ ਇਲੈਕਟ੍ਰੋਨ ਇੱਕ ਹਾਈਡਰੋਜਨ ਕੋਲ ਹੋਊਗਾ, ਦੂਸਰਾ ਇਲੈਕਟ੍ਰੋਨ ਸੈਕਿੰਡ ਹਾਈਡਰੋਜਨ ਕੋਲ ਹੋਊਗਾ। ਸੋ ਇਹਦਾ ਮਤਲਬ ਈਚ ਹਾਈਡਰੋਜਨ ਇਜ਼ ਹੈਵਿੰਗ 1 ਇਲੈਕਟ੍ਰੋਨ, ਦੇਅਰਫੋਰ ਇੱਥੇ ਕੋਈ ਜਿਹੜਾ ਨੈਟ ਚਾਰਜ ਨਹੀਂ ਆਊਗਾ। ਸੋ ਆਕਸੀਡੇਸ਼ਨ ਨੰਬਰ ਇਸ ਕੇਸ ਦੇ ਵਿੱਚ ਹਾਈਡਰੋਜਨ ਦਾ ਕੀ ਹੋਊਗਾ, 0। ਦਿਸ ਇਜ਼ ਹੀ ਵੈਰੀ ਇੰਪੋਰਟੈਂਟ that oxidation number of hydrogen is 0 in case of H2 molecule because ਇੱਥੇ ਜੋ ਇਲੈਕਟ੍ਰੋਨ ਨੇ ਸ਼ੇਅਰ ਹੋ ਰਹੇ ਨੇ between two like atoms। सेकेंड है अगर इलैक्ट्रॉन शेयर हो रहे हैं between two unlike atom are countered with more electronegative atom ਤਾਂ ਇੱਥੇ ਕੀ ਹੈ ਦੇਖੋ, ठीक है, ਇਹਦੇ ਕੋਲ ਇੱਕੋ ਇਲੈਕਟ੍ਰੋਨ ਹੈ ਹਾਈਡਰੋਜਨ ਕੋਲ ਐਂਡ ਆਕਸੀਜਨ ਕੋਲ ਕਿੰਨੇ ਹੁੰਦੇ ਨੇ 7। ਬਟ ਆਹ ਹਾਈਡਰੋਜਨ ਦਾ ਇਲੈਕਟ੍ਰੋਨ ਵੀ ਕਲੋਰੀਨ ਵਾਲੀ ਸਾਈਡ ਜਾਊਗਾ ਬਿਕੋਜ਼ ਕਲੋਰੀਨ ਕੀ ਆ ਮੋਰ ਇਲੈਕਟ੍ਰੋਨ ਨੈਗੇਟਿਵ। ਸੋ ਇਹੀ ਕੰਸੈਪਟ ਹੈ ਰਾਜੇ ਕਿ ਅਗਰ ਆਪਣੇ ਕੋਲ ਇਲੈਕਟ੍ਰੋਨ ਸ਼ੇਅਰ ਹੋ ਰਹੇ ਨੇ ਬਿਟਵੀਨ ਟੂ ਡਿਸਿਮਿਲਰ ਐਟਮ ਤਾਂ ਇਸ ਕਰਕੇ ਇੱਥੇ ਕਲੋਰੀਨ ਕੋਲ ਕੀ ਆ ਜਾਊਗਾ ਐਕਸਟਰਾ ਇਲੈਕਟ੍ਰੋਨ, ਹਾਈਡਰੋਜਨ ਵਾਲਾ ਵੀ ਕਲੋਰੀਨ ਕੋਲ ਚਲਾ ਗਿਆ, ਇਸ ਕਰਕੇ ਇਟ ਅਕਵਾਇਰਸ ਅ ਯੂਨਿਟ ਨੈਗੇਟਿਵ ਚਾਰਜ ਤਾਂ ਕਲੋਰੀਨ ਕੋਲ ਕੀ ਹੋ ਜਾਊਗਾ -1। ਬਟ ਔਨ ਦੀ ਅਦਰ ਹੈਂਡ ਹਾਈਡਰੋਜਨ ਨੇ ਆਪਣਾ ਇੱਕ ਇਲੈਕਟ੍ਰੋਨ ਵੀ ਲੋਸ ਕਰਤਾ, ਇਸ ਕਰਕੇ ਹਾਈਡਰੋਜਨ 'ਤੇ ਕਿਹੜਾ ਚਾਰਜ ਆ ਜਾਊਗਾ +1। ਇਸ ਕਰਕੇ ਆਪਾਂ ਯੂਜ਼ਵਲੀ HCl ਨੂੰ ਕਿਵੇਂ ਲਿਖਦੇ ਹਾਂ, H ਪੋਜ਼ਿਟਿਵ ਐਂਡ ਕਲੋਰੀਨ ਨੈਗੇਟਿਵ। ਓਕੇ, ਨੌ ਆਕਸੀਡੇਸ਼ਨ ਨੰਬਰ ਨੂੰ ਕਿਵੇਂ ਕੈਲਕੂਲੇਟ ਕਰਨਾ, ਉਹਦੇ ਲਈ ਕੁਛ ਰੂਲਸ ਦਿੱਤੇ ਹੋਏ ਨੇ। ਦੀਜ਼ ਆਰ ਵੈਰੀ ਈਜ਼ੀ। ਪਹਿਲਾਂ ਤਾਂ ਰਾਜੇ ਕਿ ਅਗਰ ਕੋਈ ਐਲੀਮੈਂਟ ਆ ਉਹ ਫ੍ਰੀ ਜਾਂ ਫਿਰ ਐਲੀਮੈਂਟਰੀ ਸਟੇਟਸ ਦੇ ਵਿੱਚ ਆ ਜਾਂ ਫਿਰ ਕਿਸੇ ਵੀ ਐਲੋਟ੍ਰੋਪਿਕ ਫਾਰਮ ਦੇ ਵਿੱਚ ਹੈ, ਉਹਦਾ ਆਕਸੀਡੇਸ਼ਨ ਨੰਬਰ ਹਮੇਸ਼ਾ ਕੀ ਹੋਊਗਾ 0 ਹੋਏਗਾ। ਫੋਰ ਐਗਜ਼ਾਮਪਲ ਹੀਲੀਅਮ ਹੈ, ਹਮੇਸ਼ਾ ਇੱਕੋ ਹੀ ਐਟਮ ਰਹਿੰਦਾ ਐਲੀਮੈਂਟਰੀ ਸਟੇਟ ਦੇ ਵਿੱਚ, ਉਹਦੀ ਆਕਸੀਡੇਸ਼ਨ ਨੰਬਰ ਕੀ ਹੋਊਗਾ 0। ਸਿਮਿਲਰਲੀ ਬਾਕੀ ਸਾਰੀਆਂ ਤੁਸੀਂ ਰੀਡ ਕਰ ਲਿਓ, ਜਿਵੇਂ ਸਲਫਰ ਦੀ ਐਲੋਟ੍ਰੋਪਿਕ ਫਾਰਮ ਹੁੰਦੀ ਹੈ S8 ਤਾਂ ਉਹਦੀ ਆਕਸੀਡੇਸ਼ਨ ਨੰਬਰ ਕੀ ਹੋ ਜਾਊਗਾ 0। ਹੁਣ ਹੈ ਅਗਰ ਕੋਈ ਐਲੀਮੈਂਟ ਇੱਕ ਸਿੰਗਲ ਆਇਨ ਦੇ ਵਿੱਚ ਹੈ ਤਾਂ ਉਹਦਾ ਜਿੰਨਾ ਉਹਦੇ 'ਤੇ ਚਾਰਜ ਹੋਊਗਾ ਓਨਾ ਉਹਦਾ ਆਕਸੀਡੇਸ਼ਨ ਨੰਬਰ ਹੋਊਗਾ। ਫੋਰ ਐਗਜ਼ਾਮਪਲ ਜਿਵੇਂ ਪੋਟਾਸ਼ੀਅਮ 1 ਹੈ ਤਾਂ ਆਲਰੇਡੀ ਇਹਦੇ 'ਤੇ ਇੱਕ ਚਾਰਜ ਆ ਤਾਂ ਓਨਾ ਹੀ ਉਹਦਾ ਆਕਸੀਡੇਸ਼ਨ ਨੰਬਰ ਹੋਊਗਾ। ਸਿਮਿਲਰਲੀ ਕੈਲਸ਼ੀਅਮ 2 ਚਾਰਜ ਵਾਲਾ ਤਾਂ ਉਹਦੇ 'ਤੇ +2 ਹੀ ਉਹਦਾ ਕੀ ਹੋਊਗਾ ਆਕਸੀਡੇਸ਼ਨ ਨੰਬਰ। ਉਸ ਤੋਂ ਬਾਅਦ ਆ ਜਾਂਦਾ ਬਾਈਨਰੀ ਕੰਪਾਊਂਡਸ ਮੈਟਲ ਅਤੇ ਨਾਨ ਮੈਟਲ ਦੇ, ਤਾਂ ਇਸ ਦੇ ਵਿੱਚ ਆਕਸੀਡੇਸ਼ਨ ਨੰਬਰ ਆਫ ਮੈਟਲ ਇਜ਼ ਆਲਵੇਜ਼ ਪੋਜ਼ਿਟਿਵ ਵਾਈਲ ਦੈਟ ਆਫ ਨਾਨ ਮੈਟਲ ਇਜ਼ ਨੈਗੇਟਿਵ ਬਿਕੋਜ਼ ਆਪਾਂ ਪੜ੍ਹਿਆ ਹੋਇਆ ਕਿ ਮੈਟਲਸ ਕੀ ਹੁੰਦੇ ਨੇ ਇਲੈਕਟ੍ਰੋ ਪੋਜ਼ਿਟਿਵ, ਇਸ ਕਰਕੇ ਮੈਟਲਸ 'ਤੇ ਹਮੇਸ਼ਾ ਪੋਜ਼ਿਟਿਵ ਚਾਰਜ ਹੋਊਗਾ। ਜਿਵੇਂ NaCl ਤੇ ਇਹ 'ਚ ਮੈਟਲ ਕੀ ਆ ਸੋਡੀਅਮ, ਤਾਂ ਸੋਡੀਅਮ 'ਤੇ ਕੀ ਹੋਊਗਾ +1 ਚਾਰਜ ਐਂਡ ਕਲੋਰਾਈਡ 'ਤੇ ਕੀ ਹੋਊਗਾ -1 ਚਾਰਜ। ਆਰ ਯੂ ਗੈਟਿੰਗ ਮਾਈ ਪੁਆਇੰਟ? ਸੋ ਅਗਰ ਮੈਟਲ ਅਤੇ ਨਾਨ ਮੈਟਲ ਦੇ ਵਿੱਚ ਬਾਈਨਰੀ ਕੰਪਾਊਂਡ ਬਣ ਰਿਹਾ ਤਾਂ ਮੈਟਲਸ ਕਰਕੇ ਪੋਜ਼ਿਟਿਵ ਚਾਰਜ ਹੋਊਗਾ, ਨਾਨ ਮੈਟਲ ਕਰਕੇ ਕੀ ਹੋਊਗਾ ਨੈਗੇਟਿਵ। ਹੁਣ ਅਗਰ ਆਪਣੇ ਕੋਲ ਦੋ ਡਿਫਰੈਂਟ ਨਾਨ ਮੈਟਲਸ ਨੇ ਤਾਂ ਉਸਦੇ ਵਿੱਚ ਜਿਹੜੀ ਨਾਨ ਮੈਟਲ ਦੀ ਇਲੈਕਟ੍ਰੋਨੈਗੇਟਿਵਿਟੀ ਜ਼ਿਆਦਾ ਹੈ ਉਸਦਾ ਜਿਹੜਾ ਆਕਸੀਡੇਸ਼ਨ ਨੰਬਰ ਹੈ ਮਾਈਨਸ ਹੋਊਗਾ ਐਜ਼ ਕੰਪੇਅਰ ਟੂ ਅਦਰ। ਆਰ ਯੂ ਗੈਟਿੰਗ ਮਾਈ ਪੁਆਇੰਟ? ਸੋ ਹੁਣ ਆਹ ਜੇ 3rd ਅਤੇ 4th ਜਿਹੜੇ ਆਪਾਂ ਕੀਤੇ ਨੇ ਇਹ ਡਿਪੈਂਡ ਕਰਦੇ ਨੇ ਇਲੈਕਟ੍ਰੋਨੈਗੇਟਿਵਿਟੀ 'ਤੇ, ਜਿਸ ਦੀ ਇਲੈਕਟ੍ਰੋਨੈਗੇਟਿਵਿਟੀ ਜ਼ਿਆਦਾ ਉਹਦੇ ਕਰਕੇ ਉਹਦੇ 'ਤੇ ਕੀ ਹੋਊਗਾ ਨੈਗੇਟਿਵ ਚਾਰਜ। ਜਿਵੇਂ ਉੱਪਰ ਐਗਜ਼ਾਮਪਲ ਸੀ ਬਹੁਤ ਵਧੀਆ, ਇਹ ਦੋਨੋਂ ਐਗਜ਼ਾਮਪਲ ਦੇਖੋ ਹੈਗੇ ਦੋਨਾਂ 'ਚ ਨਾਈਟ੍ਰੋਜਨ ਹੈ ਬਟ ਫਸਟ ਦੇ ਵਿੱਚ ਨਾਈਟ੍ਰੋਜਨ 'ਤੇ ਕੀ ਹੋਊਗਾ -3 ਨੈਗੇਟਿਵ ਚਾਰਜ, ਲੇਕਿਨ ਸੈਕਿੰਡ 'ਤੇ ਕੀ ਹੋਊਗਾ +3 ਕਿਉਂਕਿ ਸੈਕਿੰਡ ਦੇ ਵਿੱਚ ਨਾਈਟ੍ਰੋਜਨ ਕਿਹਦੇ ਨਾਲ ਬੌਂਡਡ ਹੈ ਆਇਓਡੀਨ ਦੇ ਨਾਲ ਐਂਡ ਹੈਲੋਜਨਸ ਕੀ ਹੁੰਦੇ ਨੇ ਮੋਰ ਇਲੈਕਟ੍ਰੋਨੈਗੇਟਿਵ। ਓਕੇ, ਉਸ ਤੋਂ ਬਾਅਦ ਇਹ ਕੁਛ ਹੋਰ ਪੁਆਇੰਟਸ ਨੇ ਕਿ ਹਾਈਡਰੋਜਨ ਇਨ ਆਲ ਕੰਪਾਊਂਡਸ ਆਫ ਹਾਈਡਰੋਜਨ ਦੀ ਆਕਸੀਡੇਸ਼ਨ ਨੰਬਰ ਆਫ ਹਾਈਡਰੋਜਨ ਇਜ਼ +1 ਐਕਸੈਪਟ ਹਾਈਡਰਾਈਡਸ ਦੇ। ਆਹ ਸਾਰੇ ਕੀ ਨੇ ਹਾਈਡਰਾਈਡਸ, ਇਹਨਾਂ ਸਭ ਯੂਜ਼ੂਅਲੀ ਹਾਈਡਰੋਜਨ 'ਤੇ ਕੀ ਹੁੰਦਾ +1 ਚਾਰਜ ਬਟ ਹਾਈਡਰਾਈਡਸ ਦੇ ਕਰਕੇ ਮੈਟਲ ਹਾਈਡਰੋਜਨ 'ਤੇ ਕੀ ਹੋਊਗਾ -1 ਚਾਰਜ।
ਬਿਕੋਜ਼ ਇਹਨਾਂ ਸਭ ਦੇ ਵਿੱਚ ਹਾਈਡਰੋਜਨ ਦੇ ਨਾਲ ਕੀ ਲੱਗੀਆਂ ਹੋਈਆਂ ਨੇ ਮੈਟਲਸ ਕੀ ਹੁੰਦੀਆਂ ਨੇ ਇਲੈਕਟ੍ਰੋਪੋਜ਼ਿਟਿਵ, ਸੋ ਇਸ ਕਰਕੇ ਇੱਥੇ ਹਾਈਡਰੋਜਨ 'ਤੇ ਕੀ ਆ ਜਾਊਗਾ -1 ਚਾਰਜ। ਉਸ ਤੋਂ ਬਾਅਦ ਰਾਜੇ ਆਕਸੀਜਨ ਦੀ ਗੱਲ ਕੀਤੀ ਹੈ, ਯੂਜੂਅਲੀ ਆਕਸੀਜਨ 'ਤੇ -2 ਚਾਰਜ ਹੁੰਦਾ ਐਕਸੈਪਟ ਇਨ ਪਰਆਕਸਾਈਡ ਸੱਚ ਐਜ਼ ਦਿਸ ਐਂਡ ਦਿਸ, ਇਹਨਾਂ ਦੇ ਵਿੱਚ ਚਾਰਜ -1 ਤੇ +2 ਹੋਏਗਾ। ਫਿਰ ਫਲੋਰੀਨ ਦੀ ਗੱਲ ਕੀਤੀ ਆ ਤਾਂ ਫਲੋਰੀਨ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੁੰਦਾ, ਇਸ ਕਰਕੇ ਆਕਸੀਡੇਸ਼ਨ ਨੰਬਰ -1 ਹੁੰਦਾ। ਪਰ ਦੂਸਰੇ ਹੈਲੋਜਨਸ 'ਤੇ ਵੀ ਜਨਰਲੀ -1 ਚਾਰਜ ਹੁੰਦਾ, ਜਿਵੇਂ ਕਲੋਰੀਨ, ਬ੍ਰੋਮੀਨ, ਇਹਨਾਂ 'ਤੇ ਵੀ -1 ਚਾਰਜ ਹੁੰਦਾ। ਬਟ ਅਗਰ ਇੰਟਰ ਹੈਲੋਜਨ ਕੰਪਾਊਂਡਸ ਆ ਜਾਣ ਤਾਂ ਉਹਨਾਂ ਦੇ ਵਿੱਚੋਂ ਜਿਹੜੇ ਹੈਲੋਜਨ 'ਤੇ ਚਾਰਜ ਇਲੈਕਟ੍ਰੋਨੈਗੇਟਿਵਿਟੀ ਜਿਸ ਦੀ ਜ਼ਿਆਦਾ ਹੋਊਗੀ ਉਸ 'ਤੇ ਮਾਈਨਸ ਚਾਰਜ ਹੋਊਗਾ, ਜਿਵੇਂ ਕਿ IF5 ਹੈ। ਫਲੋਰੀਨ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ, ਜਿਸ ਕਰਕੇ ਆਇਓਡੀਨ 'ਤੇ +5 ਚਾਰਜ ਹੈ। ਸਿਮਿਲਰਲੀ IF7 ਓਕੇ। ਫਿਰ ਹੈ ਰਾਜੇ ਨਿਊਟਰਲ ਮੋਲੀਕਿਊਲਸ ਦੇ ਵਿੱਚ ਕੀ ਹੋਊਗਾ, ਸਮ ਆਫ ਆਕਸੀਡੇਸ਼ਨ ਨੰਬਰ ਆਫ ਆਲ ਦੀ ਐਟਮ ਇਜ਼ ਇਕੁਅਲ ਟੂ 0। ਜਿਵੇਂ ਅਮੋਨੀਆ ਦੇ ਵਿੱਚ ਕੀ ਹੋਊਗਾ, ਸਮ ਆਫ ਆਕਸੀਡੇਸ਼ਨ ਨੰਬਰ ਆਫ ਨਾਈਟ੍ਰੋਜਨ ਐਂਡ 3 ਹਾਈਡਰੋਜਨ ਐਟਮ ਇਜ਼ ਇਕੁਅਲ ਟੂ 0। ਮਤਲਬ ਨਿਊਟਰਲ ਮੋਲੀਕਿਊਲਸ ਦਾ ਚਾਰਜ ਓਵਰਆਲ ਚਾਰਜ ਕੀ ਹੋਊਗਾ 0, ਬਟ ਕੰਪਲੈਕਸ ਸਾਈਨ ਦੇ ਵਿੱਚ ਕੀ ਹੋਊਗਾ, ਸਮ ਆਫ ਆਕਸੀਡੇਸ਼ਨ ਨੰਬਰ ਆਫ ਆਲ ਦੀ ਐਟਮ ਇਜ਼ ਇਕੁਅਲ ਟੂ ਚਾਰਜ ਔਨ ਦੀ ਆਇਨ। ਜਿਵੇਂ ਇਸ ਪਰਟੀਕੂਲਰ ਕੇਸ ਦੇ ਵਿੱਚ ਹੈ SO4 2 ਨੈਗੇਟਿਵ ਹੈ, ਠੀਕ ਹੈ, ਅਤੇ ਇਹਦੇ 'ਤੇ ਦੇਖੋ ਓਵਰਆਲ ਕਿੰਨਾ ਚਾਰਜ ਹੈ -2। ਤਾਂ ਇਸ ਕਰਕੇ ਸਲਫਰ ਦਾ ਚਾਰਜ ਅਤੇ 4 ਆਕਸੀਜਨ ਦਾ ਚਾਰਜ ਜਦੋਂ ਆਪਾਂ ਸਭ ਨੂੰ ਸਮ ਕਰਾਂਗੇ ਦੈਟ ਇਜ਼ ਇਕੁਅਲ ਟੂ -2 ਓਕੇ। ਸੋ ਦਿਸ ਇਜ਼ ਦੀ ਇੰਪੋਰਟੈਂਟ। ਨੈਕਸਟ ਹੈ, ਹੁਣ ਆਪਾਂ ਸਾਰੇ ਰੂਲਸ ਪੜ੍ਹ ਲਏ ਕਿ ਆਪਾਂ ਕਿਹੜੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਆਕਸੀਡੇਸ਼ਨ ਨੰਬਰ ਕੈਲਕੂਲੇਟ ਕਰਨਾ। ਹੁਣ ਰੂਲਸ ਹੈ, ਪਹਿਲਾਂ ਤਾਂ ਆਪਾਂ ਨੂੰ ਫਾਰਮੂਲਾ ਲਿਖਣਾ ਪਊਗਾ, ਠੀਕ ਹੈ। ਫਿਰ ਜਿਸ ਐਟਮ ਦਾ ਆਪਾਂ ਆਕਸੀਡੇਸ਼ਨ ਨੰਬਰ ਕੈਲਕੂਲੇਟ ਕਰਨਾ ਉਹਦੀ ਵੈਲਿਊ ਅਜ਼ਿਊਮ ਕਰ ਲਓ x। ਬਾਕੀ ਸਭ ਦੀ ਹੈ ਜਿਹੜਾ ਆਕਸੀਡੇਸ਼ਨ ਨੰਬਰ ਹੈ ਉਹ ਤੁਸੀਂ ਲਿਖ ਦਿਓ ਬਿਲੋ ਦੀ ਐਟਮ। ਦੈਨ ਸਭ ਦੇ ਆਕਸੀਡੇਸ਼ਨ ਨੰਬਰ ਦਾ ਸਮ ਹੋਊਗਾ ਇਕੁਅਲ ਟੂ 0। ਫਿਰ ਸੋਲਵ ਕਰਕੇ x ਦੀ ਵੈਲਿਊ ਹੈ ਜਿਹੜੀ ਉਹ ਕੈਲਕੂਲੇਟ ਕਰ ਸਕਦੇ ਹਾਂ। ਲੈਟ ਅਸ ਟਰਾਈ ਟੂ ਕੈਲਕੂਲੇਟ ਦੀ ਆਕਸੀਡੇਸ਼ਨ ਨੰਬਰ ਫॉर ਸਮ ਐਗਜ਼ਾਮਪਲਸ। ਦੈਟ ਫਸਟਲੀ ਆਪਾਂ H2S ਦੇ ਲਈ ਫਾਈਂਡ ਆਊਟ ਕਰਦੇ ਹਾਂ। H2S ਦੇ ਵਿੱਚ ਆਪਾਂ ਫਾਈਂਡ ਆਊਟ ਕਿਹਦਾ ਕਰਨਾ, ਸਲਫਰ ਦਾ। ਸੋ ਸਲਫਰ ਦੇ ਲਈ ਤੁਸੀਂ ਅਜ਼ਿਊਮ ਕਰ ਲਓ x, ਠੀਕ ਹੈ। ਹੁਣ H2S ਹੈ, 2 ਹਾਈਡਰੋਜਨ ਨੇ, ਇੱਕ ਹਾਈਡਰੋਜਨ 'ਤੇ ਕਿੰਨਾ ਚਾਰਜ ਹੁੰਦਾ +1, ਪਲੱਸ ਸਲਫਰ ਦੀ ਵੈਲਿਊ ਕੈਲਕੂਲੇਟ ਕਰਨੀ ਆ +x, ਸਭ ਦੀ ਵੈਲਿਊ ਇਕੁਅਲ ਟੂ 0, ਠੀਕ ਹੈ। ਇਹੀ ਇਹਨਾਂ ਨੇ ਕੀਤਾ ਹੋਇਆ, ਸੀ ਦਿਸ ਓਕੇ। ਸਿਮਿਲਰਲੀ H2SO3 ਇੱਥੇ ਦੇਖ ਲਓ ਕੀ ਆ, 2 ਹਾਈਡਰੋਜਨਸ ਨੇ, ਇੱਕ 'ਤੇ +1 ਚਾਰਜ ਤਾਂ 2 ਨਾਲ ਮਲਟੀਪਲਾਈ ਕਰਤਾ। ਫਿਰ ਸਲਫਰ ਦੀ x ਅਜ਼ਿਊਮ ਕਰ ਲਈ, O3 ਨੇ, 3 ਰਿਪਰਜੈਂਟ ਕਰ ਰਿਹਾ ਕਿ 3 ਆਕਸੀਜਨ ਨੇ, -2 ਕੀ ਰਿਪਰਜੈਂਟ ਕਰ ਰਿਹਾ ਆਕਸੀਜਨ 'ਤੇ ਚਾਰਜ। ਦੇਖੋ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੈਲਕੂਲੇਸ਼ਨਸ ਕੀਤੀਆਂ ਨੇ, ਕਿਉਂਕਿ ਇਹਨਾਂ ਨੇ ਰਜੇ ਜੋ ਫਾਰਮੂਲਾ ਲਿਖਿਆ, ਫਾਰਮੂਲੇ ਦੇ ਜੋ ਟੌਪ 'ਤੇ ਲਿਖਿਆ ਲਾਈਕ ਇਹ +1 ਹੋ ਗਿਆ, x ਹੋ ਗਿਆ, -2 ਹੋ ਗਿਆ, ਇਹ ਕੀ ਰਿਪਰਜੈਂਟ ਕਰ ਰਿਹਾ ਚਾਰਜ ਔਨ ਦੀ ਐਟਮਸ। ਐਂਡ ਜੋ ਇਹ ਬਿਲੋ ਰਿਪਰਜੈਂਟ ਕਰ ਰਿਹਾ, ਇਹ ਕੀ ਰਿਪਰਜੈਂਟ ਕਰ ਰਿਹਾ ਕਿ ਨੰਬਰ ਆਫ ਐਟਮਸ ਨੂੰ ਫਿਰ ਚਾਰਜ ਨਾਲ ਕੀ ਕੀਤਾ ਹੋਇਆ ਮਲਟੀਪਲਾਈ। ਜਿਵੇਂ 2 ਹਾਈਡਰੋਜਨ ਨੇ ਤਾਂ 2 ਨੂੰ 1 ਨਾਲ ਮਲਟੀਪਲਾਈ ਕੀਤਾ, ਫਿਰ ਸਾਰੇ ਇਹਨੂੰ ਕਿਹਦੇ ਇਕੁਅਲ ਕਰ ਲਿਆ 0 ਦੇ ਇਕੁਏਟ ਕਰ ਲਿਆ। ਤਾਂ ਇੱਦਾਂ ਆਪਾਂ ਆਕਸੀਡੇਸ਼ਨ ਨੰਬਰ ਕੀ ਕਰ ਸਕਦੇ ਹਾਂ, ਕੈਲਕੂਲੇਟ ਕਰ ਸਕਦੇ ਹਾਂ। ਸਿਮਿਲਰਲੀ ਇਹ ਸਾਰੀਆਂ ਐਗਜ਼ਾਮਪਲਸ ਨੇ ਆਕਸੀਡੇਸ਼ਨ ਨੰਬਰ ਨੂੰ ਕੈਲਕੂਲੇਟ ਕਰਨ ਦੀਆਂ। ਸੋ ਇਹ ਸਾਰਾ ਤੁਸੀਂ ਕੀ ਕਰ ਲੈਣਾ, ਸੋਲਵ ਕਰ ਲੈਣਾ ਓਕੇ। ਸੋ ਇਹ ਸਾਰੀਆਂ ਰਜੇ ਆਕਸੀਡੇਸ਼ਨ ਨੰਬਰ ਨੂੰ ਕੈਲਕੂਲੇਟ ਕਰਨ ਦੀਆਂ ਹੀ ਐਗਜ਼ਾਮਪਲਸ ਨੇ। ਜਿਵੇਂ ਆਹ ਦੇਖ ਲਓ Fe3O4, ਠੀਕ ਹੈ। ਇਸ ਦੇ ਵਿੱਚ ਕੀ ਕੀਤਾ, ਆਇਰਨ ਦੀ ਅਜ਼ਿਊਮ ਕਰ ਲਈ x, ਆਕਸੀਜਨ ਦੀ ਕਿੰਨੀ ਹੁੰਦੀ ਆ -2, ਤੇ ਕੈਲਕੂਲੇਟ ਕਰ ਲਈ ਕਿਹਦੇ ਵਿੱਚ ਆ ਗਈ ਹੈ, ਫਰੈਕਸ਼ਨ ਦੇ ਵਿੱਚ ਆ ਗਈ ਹੈ, ਠੀਕ ਹੈ। ਸੋ ਇੱਦਾਂ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਬਟ ਜਿਵੇਂ ਉੱਪਰ ਆਪਾਂ ਜਿਹੜੇ ਕਰਕੇ ਹਟੇ ਐਗਜ਼ਾਮਪਲ, ਉਹ ਫਰੈਕਸ਼ਨ ਦੇ ਵਿੱਚ ਆ ਗਈ, ਤਾਂ ਉਹਨੂੰ ਐਕਸਪਲੇਨ ਕੀਤਾ ਹੋਇਆ ਇਹਨਾਂ ਨੇ ਕਿ ਕੁਝ ਕੰਪਾਊਂਡਸ ਦੇ ਵਿੱਚ ਫਰੈਕਸ਼ਨਲ ਆਕਸੀਡੇਸ਼ਨ ਨੰਬਰ ਆ ਜਾਂਦਾ,
ਜਿਵੇਂ ਕਿ ਆਹੀ ਜਿਹੜੀ ਆਪਾਂ ਹੁਣੀ ਕਰਕੇ ਹਟੇ ਹਾਂ, ਇਹ ਦੇਖਣ ਨੂੰ ਕੁਛ ਅਜੀਬ ਲੱਗਦਾ ਬਿਕੋਜ਼ ਇਲੈਕਟ੍ਰੋਨ ਕਦੇ ਵੀ ਫ੍ਰੈਕਸ਼ਨ ਦੇ ਵਿੱਚ ਲਾਸ ਵੀ ਨਹੀਂ ਹੁੰਦੇ ਅਤੇ ਗੇਨ ਵੀ ਨਹੀਂ ਹੁੰਦੇ। ਫਿਰ ਇਹ ਹੁੰਦਾ ਕੀ ਹੈ, ਐਕਚੁਅਲੀ ਦਿਸ ਫ੍ਰੈਕਸ਼ਨਲ ਆਕਸੀਡੇਸ਼ਨ ਨੰਬਰ ਇਜ਼ ਦ ਐਵਰੇਜ ਆਕਸੀਡੇਸ਼ਨ ਸਟੇਟ ਆਫ ਦੀ ਐਲੀਮੈਂਟ। ਠੀਕ ਹੈ, ਜਿਵੇਂ ਕਿ ਐਵਰੇਜ ਆਕਸੀਡੇਸ਼ਨ ਸਟੇਟ ਦਾ ਮਤਲਬ ਕੀ ਹੋ ਗਿਆ ਕਿ ਇਹਨਾਂ ਕੰਪਾਊਂਡਸ ਦੇ ਵਿੱਚ ਇੱਕ ਤੋਂ ਵੱਧ ਆਕਸੀਡੇਸ਼ਨ ਸਟੇਟਸ ਨੇ ਜਿਹੜੀਆਂ ਐਗਜ਼ਿਸਟ ਕਰਦੀਆਂ ਨੇ। ਜਿਵੇਂ Fe3O4 ਹੈ, ਇਹਦੇ ਵਿੱਚ ਜੋ ਆਇਰਨ ਹੈ ਉਹਦੇ ਕੋਲ +2 ਅਤੇ +3 ਆਕਸੀਡੇਸ਼ਨ ਨੰਬਰ ਹੁੰਦੇ ਨੇ, ਤਾਂ ਫਿਰ +2 ਅਤੇ +3 ਦੀ ਜਿਹੜੀ ਐਵਰੇਜ ਲਵਾਂਗੇ ਆਪਾਂ, ਫਿਰ ਉਹਦੇ ਅਕੋਰਡਿੰਗ ਉਹਦਾ ਫਾਰਮੂਲਾ ਆਏਗਾ ਦਿਸ ਵਨ। ਠੀਕ ਹੈ, ਸੱਚ ਕੰਪਾਊਂਡਸ ਦੇ ਵਿੱਚ ਜੋ ਐਵਰੇਜ ਆਕਸੀਡੇਸ਼ਨ ਨੰਬਰ ਹੋਏਗਾ। ਸਿਮਿਲਰਲੀ ਇਸ ਦੇ ਵਿੱਚ ਵੀ ਦੇਖੋ ਆਇਰਨ 4 ਆਇਰਨ ਕਰਕੇ ਕਿੰਨੀ ਹੋਊਗੀ, ਜਿਹੜੇ 4 ਆਇਰਨ ਇਹਨਾਂ ਕਰਕੇ +3 ਹੋਏਗੀ, ਐਂਡ 1 ਆਇਰਨ ਕਰਕੇ ਕਿੰਨੀ ਹੋਊਗੀ +2। 3 ਆਇਰਨ ਐਟਮ ਸੌਰੀ ਕਿ ਆਕਸੀਡੇਸ਼ਨ ਨੰਬਰ +2 ਹੈ, ਅਤੇ 1 ਕਰਕੇ ਕੀ ਹੋਊਗੀ +1 +3। ਇਹਨਾਂ ਨੂੰ ਸੋਲਵ ਅੱਗੇ ਕਰਦੇ ਹਾਂ ਆਪਾਂ, ਆਈ ਥਿੰਕ ਅੱਗੇ ਦਿੱਤਾ ਹੋਇਆ, ਐਕਸਪਲੇਨ ਕੀਤਾ ਹੋਇਆ। ਹਾਂ, ਲਾਈਕ ਦਿਸ ਨਹੀਂ, ਨੋਟ ਲਾਈਕ ਦਿਸ। ਇਹਨਾਂ ਦੇ ਵਿੱਚ ਜੇ ਪਤਾ ਕੀ ਆ, ਐਵਰੇਜ ਜਦੋਂ ਆਪਾਂ ਕੈਲਕੂਲੇਟ ਕਰਨੀ ਆ ਤਾਂ ਇਹਦੇ ਵਿੱਚ ਤੁਸੀਂ ਇਹ ਵੀ, ਹਾਂ ਆਹ ਵਾਲਾ ਦੇਖੋ, ਜਿਵੇਂ Fe3O4 ਹੈ ਨਾ, ਇਹ ਹੈ ਜੋ ਐਕਚੁਅਲੀ ਮਿਕਸਚਰ ਹੈ FeO ਐਂਡ Fe2O3। ਠੀਕ ਹੈ, ਅਤੇ ਇਹਦੇ ਵਿੱਚ ਕੀ ਹੋਏਗਾ, ਆਇਰਨ ਐਟਮ ਦੇ ਵਿੱਚ ਇੱਥੇ ਕੀ ਹੋਊਗਾ ਆਕਸੀਡੇਸ਼ਨ ਨੰਬਰ +2, ਇਹਦੇ ਵਿੱਚ ਕਿੰਨਾ ਹੋਊਗਾ +3। ਹੁਣ ਐਵਰੇਜ ਕਿਵੇਂ ਕੈਲਕੂਲੇਟ ਕਰਨੀ ਆ, ਦੇਖੋ +2 ਐਸ ਸੱਚ ਲਿਖ ਦਾਂਗੇ ਆਪਾਂ, ਪਲੱਸ ਹੁਣ ਆ +3 ਆਕਸੀਡੇਸ਼ਨ ਨੰਬਰ ਹੈ, ਬਟ ਕਿੰਨੇ ਆਇਰਨ ਦਾ, 2 ਦਾ, +2 × +3 ਅਪੋਨ, ਜਦੋਂ ਆਪਾਂ ਐਵਰੇਜ ਕਰਦੇ ਹਾਂ ਤਾਂ ਟੋਟਲ ਲਿਖਦੇ ਹਾਂ ਨਾ, ਟੋਟਲ ਕਿੰਨੇ ਆਇਰਨ ਨੇ, 3 ਨੇ, ਤਾਂ ਕਿੰਨਾ ਹੋ ਜਾਊਗਾ 2 + 6/3 = 8/3। ਸੋ ਇਹੀ ਚੀਜ਼ ਮੈਂ ਤੁਹਾਨੂੰ ਐਕਸਪਲੇਨ ਕਰਨੀ ਸੀ ਕਿ ਕਿਵੇਂ ਨਿਕਲਦੀ ਹੈ ਐਵਰੇਜ ਆਕਸੀਡੇਸ਼ਨ ਨੰਬਰ। ਓਕੇ, ਆਰ ਯੂ ਗੈਟਿੰਗ ਮਾਈ ਪੁਆਇੰਟ? ਸੋ ਇਹ ਤਾਂ ਸੀਗਾ ਆਪਣਾ ਫ੍ਰੈਕਸ਼ਨਲ ਆਕਸੀਡੇਸ਼ਨ ਨੰਬਰ ਵਾਲਾ ਕੰਸੈਪਟ। ਹੁਣ ਇਹ ਕਹਿ ਰਿਹਾ ਕਿ ਕੁਛ ਕੰਪਾਊਂਡਸ ਦੇ ਵਿੱਚ ਆਪਾਂ ਨੂੰ ਉਹਨਾਂ ਦੀ ਸਟਰਕਚਰ ਅਤੇ ਉਹਨਾਂ ਦੇ ਕੈਮੀਕਲ ਬੌਂਡਸ ਦੀ ਨੌਲੇਜ ਹੋਣੀ ਵੀ ਕੀ ਆ, ਜ਼ਰੂਰੀ ਆ। ਜਿੱਦਾਂ ਫਸਟ ਹੈ H2SO5, ਇਟ ਇਜ਼ ਨੋਨ ਐਜ਼ ਕੈਰੋਸ ਐਸਿਡ ਔਰ ਪਰ ਆਕਸੋ ਮੋਨੋਸਲਫਿਊਰਿਕ ਐਸਿਡ। ਇਹਦੀ ਅਗਰ ਤੁਸੀਂ ਸਿੰਪਲ ਤਰੀਕੇ ਨਾਲ ਆਕਸੀਡੇਸ਼ਨ ਸਟੇਟ ਨੰਬਰ ਕੱਢੋਗੇ ਤਾਂ +8 ਆਊਗਾ, ਬਟ ਇਹ ਕੀ ਆ, ਗਲਤ ਹੈ, ਬਿਕੋਜ਼ ਮੈਕਸੀਮਮ ਆਕਸੀਡੇਸ਼ਨ ਨੰਬਰ ਸਲਫਰ ਦਾ ਉਹ ਕਦੇ ਵੀ 6 ਤੋਂ ਵੱਧ ਨਹੀਂ ਹੋ ਸਕਦਾ, ਕਿਉਂਕਿ ਸਲਫਰ ਦੇ ਵੈਲੈਂਸ ਸ਼ੈਲ ਦੇ ਵਿੱਚ 6 ਹੀ ਇਲੈਕਟ੍ਰੋਨ ਹੁੰਦੇ ਨੇ, ਤਾਂ ਬਟ ਇੱਥੇ ਤਾਂ +8 ਆ ਗਿਆ, ਸੋ ਦਿਸ ਇਜ਼ ਰੋਂਗ। ਸੋ ਇਸ ਕਰਕੇ ਤੁਹਾਨੂੰ ਇਹਦੀ ਜਿਹੜੀ ਸਟਰਕਚਰ ਹੈ ਉਹ ਪਤਾ ਹੋਣੀ ਚਾਹੀਦੀ ਆ, ਅਤੇ ਇਸ ਦੀ ਸਟਰਕਚਰ ਦੇ ਵਿੱਚ ਇੱਕ ਕੀ ਆ, ਪਰ ਆਕਸਾਈਡ ਬੌਂਡ ਹੈ O2, ਪਰ ਆਕਸਾਈਡ 'ਤੇ ਕਿਹੜਾ ਚਾਰਜ ਹੁੰਦਾ, -1, ਤਾਂ ਦਿਸ ਇਜ਼ ਦੀ ਪਰ ਆਕਸਾਈਡ ਬੌਂਡ ਹੇਅਰ। ਤਾਂ ਇਹਦੀ ਫਾਰਮੂਲੇ ਨੂੰ ਕਿਵੇਂ ਲਿਖ ਰੱਖਿਆ ਇਹਨਾਂ ਨੇ, H2S, ਇਹ ਕੀ ਰਿਪਰੈਜ਼ੈਂਟ ਕਰ ਰਿਹਾ, ਪਰ ਆਕਸਾਈਡ। ਸੋ ਇੱਦਾਂ ਇਹਦਾ ਫਾਰਮੂਲਾ ਲਿਖ ਕੇ ਫਿਰ ਤੁਸੀਂ ਕੀ ਕਰੋਗੇ, ਇਹ 2 ਆਕਸੀਜਨ ਦੇ ਲਈ -1 ਚਾਰਜ ਕਿਹਦੇ ਲਈ ਹੈ, ਪਰ ਆਕਸਾਈਡ ਕਰਕੇ। ਤਾਂ ਆਫਟਰ ਸੋਲਵਿੰਗ ਦਿਸ ਇੱਥੇ ਉਹਦੀ ਆਕਸੀਡੇਸ਼ਨ ਨੰਬਰ ਕਿੰਨਾ ਆਊਗਾ, +6 ਆਏਗਾ। ਸੋ ਸਿਮਿਲਰਲੀ ਹੈ ਨੈਕਸਟ ਐਗਜ਼ਾम्पल, this one. Here also 1 peroxide bond. So after calculation the result will be +6 oxidation number. So there are two terms, oxidation number and oxidation state. ਇਹਨਾਂ ਦੇ ਵਿੱਚ difference ਕੀ ਆ, tell me students. ਸੋ ਰਜੇ ਅਗਰ ਕੋਈ ਕੰਪਾਊਂਡ ਹੈ ਜਿਹਦੇ ਵਿੱਚ ਇੱਕ ਹੀ ਐਲੀਮੈਂਟ ਹੈ ਤਾਂ ਉਹਦੀ ਆਕਸੀਡੇਸ਼ਨ ਨੰਬਰ ਅਤੇ ਆਕਸੀਡੇਸ਼ਨ ਸਟੇਟ ਕੀ ਹੋਊਗਾ, ਸੇਮ ਹੋਊਗਾ। ਬਟ ਅਗਰ ਕੋਈ ਕੰਪਾਊਂਡ ਹੈ ਜਿਸ ਦੇ ਵਿੱਚ ਸੇਮ ਐਟਮ ਇੱਕ ਤੋਂ ਵੱਧ ਪ੍ਰੈਜ਼ੈਂਟ ਹੈ, ਜਿਵੇਂ ਆਪਾਂ ਹੁਣੇ ਐਗਜ਼ਾਮਪਲ ਕਰਕੇ ਹਟੇ ਹਾਂ Fe3O4,
ਤਾਂ ਉਸ ਐਟਮ ਦੀ ਜੋ ਇੰਡੀਵਿਜ਼ੂਅਲ ਚਾਰਜ ਹੋਊਗਾ that is known as oxidation state and जो एवरेज चार्ज होगा that is oxidation number। मतलब इंडिविजुअल एटम ते जो चार्ज होगा that is oxidation state and overall की होगा oxidation number। नैक्सट ऑक्सीडेशन नंबर कैलकुलेट करना क्रोमीयम का इसदे विच ਇਹਦੇ ਵਿੱਚ ਵੀ डायरैक्ट कैलकुलेट करांगे ਤਾਂ ਕੀ होगा गलत होगा ਤਾਂ ਆਪਾਂ ਨੂੰ ਇਹਦੀ स्ट्रक्चर पता होनी चाहिए। there are 2 peroxide bonds so after putting in the formula then we calculate the exact oxidation number। similarly this इसदे विच देखो की आ ऑक्सीडेशन नंबर कैलकुलेट करनी आ क्लोरीन दी ਤਾਂ ਕੀ ਆ ਗਈ 0 बट किन्नियां क्लोरीन ने इत्थे 2 मतलब आप एवरेज ही कैलकुलेट की है तो ऑक्सीडेशन नंबर ही कर रहे हैं। बट अगर इंडिविजुअल क्लोरीन का चार्ज देखना तो की होगा ऑक्सीडेशन स्टेट होगा। वैसे सेम ही चीज़ होंगे माइनर जी डिफरेंस होंगे ज़्यादा डिटेल करांगे तो डिफरेंस अदरवाइज तुसीं सिर्फ ऑक्सीडेशन नंबर देखना। तो यदा फॉर्मूला रजे इस वे नाल हुंदा तो एक क्लोरीन ते +1 चार्ज होगा एक ते की होगा -1। नैक्सट इज दिस ये भी जी स्ट्रक्चर होएगी ये +2 चार्ज +2 चार्ज इस ते 0 चार्ज। तो एवरेज चार्ज किवें कैलकुलेट करांगे +2 + 0 +2 अपॉन नंबर ऑफ एटम किन्ने 3 तो एवरेज कितना आ गया 4/3। So this is how we calculate the average oxidation number of different carbon atom in the carbon suboxide। next ये वाला फॉर्मूला ये भी तुसी देखोगे +6 +6 ते +4 एवरेज करके देख लो आंसर आऊगा 16/3। नैक्सट ये भी मतलब रजे सारिया एग्जाम्पल्स दे विच तुहानू इन्हां दी जिहड़ी स्ट्रक्चर है वो पता होनी चाहिए है। सो ये भी देख लें। ओके सो दीज आर दी प्रॉब्लम्स फॉर प्रैक्टिस दैट्स इट फॉर दी डे स्टूडेंट्स। ये सारे रजे क्वेश्चनस ने इन्हों ट्राई करो तो फिर की करो आंसर टैली कर लो बिकॉज आंसर इन्हों के की ने